ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਜ ਰਹੇ ਦੀਵਾਨ ਵਿੱਚ ਆਪ ਸਭ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਸੇਵਾ ਸਿਮਰਨ ਵਿੱਚ ਜੁੜ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮੈਲ ਜਨ ਨਾਨਕ ਨਾਮ ਪ੍ਰਕਾਸ਼। ਸਤਿਗੁਰਾਂ ਦੀ ਸਤ ਸੰਗਤ ਧੰਨ ਹੈ, ਧੰਨ ਹੈ ਜਿੱਥੋਂ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਹਿਰਦੇ ਵਿੱਚ ਗੁਣ ਆ ਕਰਕੇ ਪ੍ਰਗਟ ਹੋ ਜਾਂਦੇ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਖਾਣੀ ਹੈ। ਜਿੱਥੇ ਵਾਹਿਗੁਰੂ ਦੇ ਨਾਮ ਦਾ ਵਖਿਆਨ ਹੁੰਦਾ ਹੈ, ਨਾਮ ਦੀ ਮਹਿਮਾ ਕਹੀ ਜਾਂਦੀ ਹੈ, ਉਹੀ ਸਤ ਸੰਗਤ ਹੈ। ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਸਾਰੇ ਜੀਵਾਂ ਦੇ ਸਿਰ ਤੇ ਪਰਮੇਸ਼ਰ ਵੱਲੋਂ ਇਹ ਹੁਕਮ ਹੈ। ਸਾਰਿਆਂ ਨੇ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੀਵਨ ਪ੍ਰਾਪਤ ਕੀਤਾ। ਨਾਮ ਕਰਕੇ ਹੀ ਸਾਰੇ ਕਾਰਜ ਰਾਸ ਹੋ ਸਕਦੇ। ਸਤਿਗੁਰਾਂ ਨੇ ਇਹ ਸਾਨੂੰ ਬਹੁਤ ਅਮੁੱਲਕ ਸਮਾਂ ਸਾਧ ਸੰਗਤ ਬਖਸ਼ਿਆ। ਡਿੱਠੇ ਮੁਕਤ ਨਾ ਹੋਵਈ, ਚਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਸਾਹਿਬਾਂ ਦੇ ਅੰਮ੍ਰਿਤ ਬਾਣੀ ਸ਼ਬਦ ਦੀ ਵਿਚਾਰ ਕੀਤੇ ਤੋਂ ਬਿਨਾਂ ਮੁਕਤ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਲੜੀਵਾਰ ਕਥਾ ਅੰਦਰ ਉਪਦੇਸ਼ ਬਖਸ਼ੇ ਹਨ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਸਾਧ ਸੰਗਤ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਿੱਧਾ ਨੇ ਵਾਹਿਗੁਰੂ ਪਰਮੇਸ਼ਰ ਦਾ ਦਰ, ਪਰਮੇਸ਼ਰ ਵਾਹਿਗੁਰੂ ਦਾ ਘਰ ਪੁੱਛਣਾ ਕੀਤਾ। ਵਾਹਿਗੁਰੂ ਦਾ ਦਰ ਸਾਧ ਸੰਗਤ, ਵਾਹਿਗੁਰੂ ਦਾ ਘਰ ਸੱਚਖੰਡ ਹੈ, ਜਿੱਥੇ ਮਿਲ ਕੇ ਬੇਅੰਤੀ ਜੀਵ ਜੋ ਪਰਮਾਤਮਾ ਨੇ ਪੈਦਾ ਕੀਤੇ, ਭਾਵੇਂ ਉਹ ਅੱਖਾਂ ਨਾਲ ਨਹੀਂ ਨਜ਼ਰ ਆਉਂਦੇ, ਭਾਵੇਂ ਅੱਖਾਂ ਨਾਲ ਦਿਸਦੇ ਹਨ,
ਸਾਰੇ ਹੀ ਉਸ ਮਾਲਕ ਦੀ ਵਡਿਆਈ ਕਰ ਰਹੇ ਨੇ, ਗੁਣ ਗਾ ਰਹੇ ਨੇ। ਜੋ ਪਰਮਾਤਮਾ ਦੇ ਹੁਕਮ ਵਿੱਚ ਆ ਜਾਂਦੇ ਨੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ। ਸਿੱਧਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਪਣੇ ਜੋਗ ਮਤ ਦੇ ਕਈ ਚਿੰਨ੍ਹ, ਮੁੰਦਰਾ, ਝੋਲੀ, ਖਿੰਥਾ, ਕਮੰਡਲ, ਡੰਡਾ ਆਦਿਕ ਅੱਗੇ ਰੱਖ ਦਿੱਤੇ। ਕਿਹਾ ਜੀ ਇਹ ਧਾਰਨ ਕਰੋ, ਆਪਣੇ ਸਰੀਰ 'ਤੇ ਸਵਾਹ ਮਲ ਲਓ, ਤੁਸੀਂ ਵੀ ਜੋਗੀ ਬਣ ਜਾਓ। ਮਹਾਰਾਜ ਕਹਿੰਦੇ ਸਿੱਧੋ, ਜਿਹੜੇ ਤੁਸੀਂ ਇਹ ਜੋਗ ਮਤ ਦੇ ਚਿੰਨ੍ਹ ਮੰਨੇ ਨੇ ਨਾ, ਇਹ ਸ਼ਾਸਤਰ ਵਿੱਚ ਨਹੀਂ ਆਖੇ ਗਏ। ਸ਼ਾਸਤਰ ਵਿੱਚ ਤਾਂ ਜੋਗ ਬਾਰੇ ਇਹ ਆਖਿਆ ਕਿ 8 ਤਰ੍ਹਾਂ ਦਾ ਜੋਗ ਹੁੰਦਾ ਹੈ। ਯਮ, ਨੇਮ, ਆਸਨ, ਧਿਆਨ, ਪ੍ਰਕਿਰਤ ਇਤਿਆਦਿਕ, ਜਿਹੜਾ 8 ਤਰ੍ਹਾਂ ਦਾ ਜੋਗ ਸ਼ਾਸਤਰਾਂ ਵਿੱਚ ਆਖਿਆ ਗਿਆ। ਜਿਹੜੇ ਇਹ ਤੁਸੀਂ ਚਿੰਨ੍ਹ ਬਣਾਉਣਾ ਕੀਤੇ ਨੇ, ਇਹਨਾਂ ਦਾ ਕੋਈ ਅਰਥ ਨਹੀਂ ਹੈ, ਇਹਨਾਂ ਵਿੱਚ ਦੂਸ਼ਣ ਹਨ। ਕਿਉਂਕਿ ਜਦੋਂ ਗੋਰਖਨਾਥ ਜੀ ਰਾਜਿਆਂ ਨੂੰ ਉਪਦੇਸ਼ ਦੇ ਕਰਕੇ ਜੋਗੀ ਬਣਾ ਲੈਂਦੇ ਸੀ, ਕਈ ਵਾਰ ਮਨ ਵਿੱਚ ਮੋਹ ਮਾਇਆ, ਸੰਸਾਰ ਦੀ ਰੁਚੀ ਪੈਦਾ ਹੋਣ ਕਰਕੇ ਉਹ ਰਾਜੇ ਫਿਰ ਆਪਣੇ ਰਾਜ ਭਾਗ ਵਾਪਸ ਚਲੇ ਜਾਂਦੇ ਸਨ। ਉਹਨਾਂ ਦੇ ਫਿਰ ਕੰਨ ਪੜਾ ਦਿੱਤੇ, ਵਾਲੇ ਪਵਾ ਦੇ ਨਾ ਕੀਤੇ, ਕਿ ਸ਼ਰਮ ਦੇ ਮਾਰੇ ਦੁਬਾਰਾ ਵਾਪਸ ਨਾ ਜਾਣ। ਸਤਿਗੁਰੂ ਜੀ ਕਹਿੰਦੇ ਇਹਨਾਂ ਚਿੰਨ੍ਹਾਂ ਦੇ ਵਿੱਚ ਦੋਸ਼ ਹਨ, ਪਰ ਅਸੀਂ ਇਹਨਾਂ ਨੂੰ ਭੂਖਣ ਰੂਪ ਕਥਨ ਕਰਦੇ ਹਾਂ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਅਸੀਂ ਵੀ ਭਾਈ ਮੁੰਦਰਾ ਪਾਉਣਾ ਕੀਤੀਆਂ ਨੇ। ਜਿਹੜੀ ਸੰਤੋਖ ਹੈ ਇਹ ਮੁੰਦਰਾ ਪਾਉਣਾ ਕੀਤੀ ਹੈ। ਜਿਹੜੀ ਸ਼ਰਮ ਰੱਖਣੀ ਹੈ ਇਹ ਅਸੀਂ ਪੱਤਰ ਭਾਂਡਾ ਲੈਣਾ ਕੀਤਾ ਹੈ। ਜਿਹੜਾ ਧਿਆਨ ਲਾਉਣਾ ਹੈ ਪਰਮਾਤਮਾ ਦੇ ਨਾਲ, ਇਹ ਝੋਲੀ ਪਾਉਣਾ ਕੀਤੀ ਹੈ। ਕਿਉਂਕਿ ਜੋਗੀ ਕੰਨਾਂ ਵਿੱਚ ਮੁੰਦਰਾ ਪਾਉਂਦੇ ਹਨ, ਹੱਥ ਵਿੱਚ ਇੱਕ ਭਾਂਡਾ ਫੜਦੇ ਹਨ ਪੱਤਰ, ਤੇ ਆਪਣੇ ਗਲੇ ਵਿੱਚ ਇੱਕ ਝੋਲੀ ਪਾ ਕੇ ਰੱਖਦੇ, ਫਿਰ ਸਵਾਹ ਮਲਦੇ ਹਨ। ਸਤਿਗੁਰੂ ਕਹਿੰਦੇ ਅਸੀਂ ਤਾਂ ਸਵਾਹ ਕੀ ਮਲਣੀ ਹੈ, ਕਿਉਂਕਿ ਅਸੀਂ ਪਰਮਾਤਮਾ ਨੂੰ ਸਭ ਥਾਵਾਂ 'ਤੇ ਜਾਣ ਲਿਆ। ਜਿਹੜਾ ਸਰੀਰ ਦੇ ਤਾਈਂ, ਮਾਇਆ ਦੇ ਤਾਈਂ ਝੂਠਾ ਸਮਝਣਾ ਹੈ, ਇਹ ਅਸੀਂ ਖਿੰਥਾ ਪਹਿਨਣਾ ਕੀਤੀ ਹੈ। ਤੇ ਜਿਹੜਾ ਪਰਮਾਤਮਾ 'ਤੇ ਭਰੋਸਾ ਰੱਖਣਾ ਹੈ, ਇਹ ਡੰਡਾ ਰੱਖਣਾ ਕੀਤਾ ਹੈ। ਸਿੱਧ ਕਹਿਣ ਲੱਗੇ ਮਹਾਰਾਜ ਜੀ ਮੁੰਦਰਾ ਤਾਂ 2 ਹੁੰਦੀਆਂ, ਤੁਸੀਂ ਇੱਕ ਕਥਨ ਕੀਤੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਸੁਣੋ, ਮੁੰਦਾ ਸੰਤੋਖ ਸਰਮ ਪਤ ਝੋਲੀ। ਜਿਹੜਾ ਸੰਤੋਖ ਰੱਖਣਾ ਹੈ ਇਹ ਇੱਕ ਮੁੰਦਰਾ ਹੈ, ਦੂਸਰਾ ਜਿਹੜੀ ਸ਼ਰਮ ਰੱਖਣੀ ਹੈ। ਸੰਤੋਖ ਹੁੰਦਾ ਜਥਾ ਲਾਭ ਤਥਾ ਸੰਤੁਸ਼ਟੀ, ਇਹ ਵੀ 2 ਤਰ੍ਹਾਂ ਦਾ ਮੰਨਿਆ। ਇੱਕ ਬਾਹਰੀ ਸੰਤੋਖ, ਜਿਵੇਂ ਸਰੀਰ 'ਤੇ ਪਾਟੇ ਕੱਪੜੇ ਪਾ ਲਏ ਨੇ,
ਪਾਟੀ ਜੀ ਪੱਗ ਬੰਨ੍ਹ ਲੈਣੀ, ਟੁੱਟੀਆਂ ਚੱਪਲਾਂ ਪਾ ਲੈਣੀਆਂ, ਤੇ ਜੇ ਕੋਈ ਪੁੱਛੇ ਜੀ ਅਸੀਂ ਸੰਤੋਖੀ ਹੁੰਦੇ ਹਾਂ। ਪਰ ਮਨ ਦੇ ਵਿੱਚ ਮਾਇਆ ਦੀ, ਲੋਕਾਂ ਤੋਂ ਵਡਿਆਈ ਦੀ ਲਾਲਸਾ ਹੋਣੀ, ਵੀ ਲੋਕ ਮੇਰੀ ਵਡਿਆਈ ਕਰਨ, ਵੀ ਇਹ ਸੰਤ ਬੜੇ ਸੰਤੋਖੀ ਹੈ। ਇਹ ਬਾਹਰੀ ਸੰਤੋਖ ਹੈ। ਇੱਕ ਅੰਤਰੀਵ ਕੇ ਮਨ ਵਿੱਚ ਜਥਾ ਲਾਭ ਤਥਾ ਸੰਤੁਸ਼ਟੀ ਰੱਖਣੀ। ਜੋ ਵਾਹਿਗੁਰੂ ਨੇ ਦਿੱਤਾ ਹੈ ਉਸ ਭਾਣੇ ਵਿੱਚ ਚੱਲਣਾ। ਜੋ ਤੂੰ ਦੇਹਿ ਤਹੀ ਇਹ ਤ੍ਰਿਪਤੈ, ਆਣ ਨ ਕਤਹੁ ਧਾਵ। ਜੋ ਪ੍ਰਮਾਤਮਾ ਦੇ ਰਿਹਾ ਹੈ ਉਹਦੇ ਵਿੱਚ ਤ੍ਰਿਪਤ ਹੋ ਜਾਣਾ। ਜੇ ਦੁੱਖ ਦੇਹ ਤਾਂ ਤੁਝੇ ਅਰਾਤੀ, ਸੁਖ ਭੀ ਤੁਝੈ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਅੰਦਰ ਦਾ ਸੰਤੋਖ ਹੈ। ਜਿਹੜੀ ਵਿਸ਼ੇ ਵਿਕਾਰਾਂ ਵੱਲੋਂ ਸ਼ਰਮ ਰੱਖਣੀ ਹੈ, ਵਿਸ਼ੇ ਵਿਕਾਰਾਂ ਨੂੰ, ਝੂਠ ਨੂੰ, ਨਿੰਦਿਆ ਨੂੰ, ਪਾਪਾਂ ਨੂੰ ਬੁਰੇ ਜਾਣ ਕੇ ਤਿਆਗ ਦੇਣਾ। ਇਹਨਾਂ ਕਰਕੇ ਜੀਵ ਦੀ ਨਿੰਦਿਆ ਹੁੰਦੀ ਹੈ, ਇਸ ਕਰਕੇ ਇਹਨਾਂ ਦਾ ਤਿਆਗ ਕਰ ਦੇਣਾ। ਇਹ ਪਤ ਨਾਮ ਹੈ, ਪੱਤਰ ਲੈਣਾ ਕੀਤਾ। ਇਹ ਦੋ ਮੁੰਦਰਾ ਪਾਉਣਾ ਕੀਤੀਆਂ, ਇੱਕ ਸ਼ਰਮ ਰੱਖਣੀ, ਇੱਕ ਸੰਤੋਖ ਰੱਖਣਾ। ਪੱਤ ਝੋਲੀ ਤੇ ਮਹਾਰਾਜ ਕਹਿੰਦੇ ਜਿਹੜੀ ਪੱਤ ਇੱਜ਼ਤ ਰੱਖੀ ਹੈ, ਪੱਤਰ ਕਾ ਕਰੋ ਵਿਚਾਰ ਦੇ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ, ਜਿਹੜਾ ਆਪਣੇ ਸਰੂਪ ਦੀ ਵਿਚਾਰ ਕਰਨੀ ਹੈ ਇਹੀ ਪੱਤਰ ਹੈ। ਜਿਹੜੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਇਹ ਪੱਤਰ ਹੈ। ਤੇ ਇਹ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਧਾਰਨ ਕੀਤਾ ਹੈ। ਇਹੀ ਅਸੀਂ ਝੋਲੀ ਰੱਖਣਾ ਕੀਤੀ ਹੈ, ਜਿਹੜੀ ਇੱਜ਼ਤ ਪ੍ਰਾਪਤ ਕੀਤੀ। ਜਾਂ ਜਿਹੜੀ ਸ਼ਰਧਾ ਰੱਖਣੀ ਹੈ ਇਹ ਝੋਲੀ ਹੈ। ਜਿਵੇਂ ਝੋਲੀ ਦੇ ਵਿੱਚ ਕੋਈ ਵਸਤੂ ਪਾ ਲਈਦੀ ਹੈ, ਜੋਗੀ ਲੋਕਾਂ ਤੋਂ ਆਟਾ ਮੰਗ ਕੇ ਜਾਂ ਹੋਰ ਵਸਤੂਆਂ ਮੰਗ ਕੇ ਝੋਲੀ 'ਚ ਪਾ ਲੈਂਦੇ ਨੇ। ਇਸ ਤਰ੍ਹਾਂ ਸ਼ਰਧਾ ਰੱਖਣੀ, ਜਿਹੜਾ ਸ਼ਰਧਾ ਰੱਖਦਾ ਹੈ ਉਹਨੂੰ ਹੀ ਕੋਈ ਦਾਤ ਪ੍ਰਾਪਤ ਹੁੰਦੀ। ਜਿਵੇਂ ਅਸੀਂ ਗੁਰੂ ਘਰ ਆਉਂਦੇ ਹਾਂ ਸ਼ਰਧਾ ਰੱਖ ਕੇ, ਇੱਥੇ ਸੇਵਾ ਕਰਦੇ ਹਾਂ, ਫਿਰ ਹੀ ਸਤਿਗੁਰਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਜੇ ਨਸ਼ਰਧਕ ਬਣ ਜੇ, ਹਿਰਦੇ 'ਚ ਸ਼ਰਧਾ ਨਾ ਹੋਵੇ, ਫਿਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ। ਜਿਹੜੀ ਸ਼ਰਧਾ ਰੱਖਣੀ ਹੈ ਇਹ ਝੋਲੀ ਹੈ। ਆਪਣੇ ਆਪ ਨੂੰ ਨਿਰਮਾਨਤਾ ਵਿੱਚ ਰੱਖਣਾ। ਧਿਆਨ ਕੀ ਕਰਹਿ ਬਿਭੂਤ, ਜਿਹੜਾ ਵਾਹਿਗੁਰੂ ਦੇ ਨਾਲ ਧਿਆਨ ਲਾਉਣਾ ਹੈ ਇਹ ਵਿਭੂਤ ਲਾਉਣਾ ਕੀਤੀ। ਜੋਗੀ ਗੋਹਿਆਂ ਦੀ ਸਵਾਹ ਨੂੰ ਕੱਪੜ ਛਾਣ ਕਰਕੇ ਸਰੀਰ ਤੇ ਮਲ ਲੈਂਦੇ ਨੇ। ਰੋਮ ਰੋਮ ਵਿੱਚ ਉਹ ਸਵਾਹ ਚਲੀ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਇੱਧਰ ਜਿਹੜਾ ਪਰਮਾਤਮਾ ਨੂੰ ਆਪਣੇ ਧਿਆਨ ਵਿੱਚ, ਇਕਾਗਰ ਵਿੱਚ ਲੈ ਕੇ ਆਉਣਾ ਹੈ। ਰੋਮ ਰੋਮ ਦੇ ਵਿੱਚ ਵਾਹਿਗੁਰੂ ਨੂੰ ਜਾਣਨਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਵੀ ਇੰਨਾ ਵਾਹਿਗੁਰੂ ਨੂੰ ਨੇੜੇ ਕਰ ਲੈਣਾ ਆਪਣੇ, ਵੀ ਉਹ ਮੇਰੇ ਪ੍ਰਾਣਾਂ ਦਾ ਵੀ ਆਸਰਾ ਹੈ, ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ। ਇਹ ਵਿਭੂਤ ਲਾਉਣਾ ਕੀਤੀ ਹੈ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਅਸੀਂ ਖਿੰਥਾ ਪਹਿਨਣਾ ਕੀਤੀ ਹੈ। ਖਿੰਥਾ ਕਹਿੰਦੇ ਨੇ ਗੋਦੜੀ ਨੂੰ। ਜਿਹੜੇ ਜੋਗੀ ਹੁੰਦੇ ਨੇ ਲੀਰਾਂ ਨੂੰ ਸਿਉਂ ਸਿਉਂ ਕਰਕੇ ਸਾਧ ਸੰਗਤ ਗੋਦੜੀ ਬਣਾ ਲੈਂਦੇ, ਇੱਕ ਚੋਲਾ ਜਿਹਾ ਬਣਾ ਲੈਂਦੇ ਨੇ ਤੇ ਆਪਣੇ ਸਰੀਰ ਤੇ ਪਹਿਨ ਕੇ ਰੱਖਦੇ ਹਨ। ਜਿਹੜਾ ਇਸ ਸਰੀਰ ਨੂੰ ਇਹ ਸਮਝਣਾ ਹੈ ਕਿ ਇਹ ਕਾਲ ਦੀ ਬੁਰਕੀ ਹੈ। ਕਾਲ ਕੁਆਰੀ ਕਾਇਆ,
ਇਹਨੂੰ ਕਾਲ ਤੋਂ ਕੁਆਰੀ ਨਿਰਲੇਪ ਕਰ ਲੈਣਾ। ਇਸ ਕਾਇਆ ਦੇ ਤਾਈ ਇਹੀ ਮਹਾਰਾਜ ਕਹਿੰਦੇ ਖਿੰਥਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਾਧ ਸੰਗਤ, ਉਸ ਸਮੇਂ ਜਿਹੜੇ ਹਿੰਦੂ ਸਨ ਉਹਨਾਂ ਨੇ ਕਿਹਾ ਵੀ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਰੀਰ ਦੀ ਸੰਸਕਾਰ ਕਰਕੇ ਸੇਵਾ ਕਰਨੀ ਹੈ। ਜਿਹੜੇ ਮੁਸਲਮਾਨ ਸਨ ਉਹ ਕਹਿੰਦੇ ਅਸੀਂ ਕਬਰ ਬਣਾਉਣੀ ਹੈ, ਮਜਲ ਕਰਨੀ ਹੈ। ਤਾਂ ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਦੋਹਾਂ ਦਾ ਝਗੜਾ ਨਿਬੇੜਨ ਵਾਸਤੇ ਸਰੀਰ ਦੇ ਸਮੇਤ ਹੀ ਸੱਚਖੰਡ ਚਲੇ ਗਏ। ਜਿੱਥੇ ਸਤਿਗੁਰੂ ਮਹਾਰਾਜ ਜੀ ਚਾਦਰ ਲੈ ਕਰਕੇ ਤੰਬੂ ਦੇ ਵਿੱਚ ਪਏ ਸਨ, ਉੱਥੇ ਕੇਵਲ 2 ਫੁੱਲ ਮਿਲੇ। ਇਸ ਤਰ੍ਹਾਂ ਜਿਹੜੀ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਆਪਣੇ ਕਾਲ ਤੋਂ ਪਰੇ ਕਰ ਲਈ, ਇਹ ਸਰੀਰ ਕਾਇਆ ਨੂੰ ਪਰੇ ਨਾ ਕਰ ਲੈਣਾ ਕੀਤਾ, ਇਹੀ ਸਾਡੀ ਖਿੰਥਾ ਪੈਣੀ ਹੋਈ ਹੈ। ਜਾਂ ਇਹ ਜਾਣ ਲੈਣਾ ਵੀ ਇਹ ਕਾਲ ਦੀ ਬੁਰਕੀ ਹੈ। ਜਿਵੇਂ ਖਿੰਥਾ ਹੁੰਦੀ ਹੈ ਨਾ, ਲੀਰਾਂ ਨੂੰ ਜੋੜ ਜੋੜ ਕਰਕੇ ਬਣਾਈ ਹੋਈ, ਇਸ ਤਰ੍ਹਾਂ ਹੀ ਇਸ ਸਰੀਰ ਨੂੰ ਇਹ ਜਾਣ ਲੈਣਾ ਕਿ ਇਹ ਸਦਾ ਸਤ ਨਹੀਂ ਹੈ। ਸਤਿਗੁਰੂ ਮਹਾਰਾਜ ਬਚਨ ਕੀਤੇ ਨਾ, ਗੱਗਾ ਗੋਬਿੰਦ ਗੁਣ ਰਵਹੋ, ਸਾਸ ਸਾਸ ਜਪ ਨੀਤ, ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰੋ ਹੋਵੇ। ਇਹ ਜਾਣ ਲੈਣਾ ਵੀ ਇਹ ਸਰੀਰ ਸਤ ਨਹੀਂ ਹੈ, ਇਸ ਅੰਦਰ ਰਹਿਣ ਵਾਲਾ ਆਤਮਾ ਸਤ ਹੈ। ਇਹੀ ਖਿੰਥਾ ਪਹਿਣੀ ਹੋਈ ਹੈ। ਜੁਗਤ ਡੰਡਾ ਪ੍ਰਤੀਤ, ਜਿਹੜਾ ਵਾਹਿਗੁਰੂ ਪਰਮੇਸ਼ਰ ਤੇ ਪ੍ਰਤੀਤ ਭਰੋਸਾ ਕਰਨਾ ਹੈ ਵੀ ਉਹ ਪਰਮਾਤਮਾ ਹੈ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਉਹ ਪਰਮਾਤਮਾ ਮੇਰਾ ਮਾਲਕ ਹੈ, ਮੈਨੂੰ ਸਭ ਕੁਝ ਦੇਣ ਵਾਲਾ, ਉਹੀ ਮੇਰੀ ਰੱਖਿਆ ਕਰੇਗਾ। ਇਸ ਤਰ੍ਹਾਂ ਭਰੋਸਾ ਕਰ ਲੈਣਾ, ਪ੍ਰਤੀਤ ਬਣਾ ਲੈਣੀ ਤੇ ਵਾਹਿਗੁਰੂ ਦੇ ਨਾਲ ਜੁਗਤ ਡੰਡਾ ਇਸ ਤਰ੍ਹਾਂ ਜੁੜਨਾ। ਜਿਵੇਂ ਡੰਡਾ ਸਿੱਧਾ ਹੁੰਦਾ ਹੈ, ਇਸ ਤਰ੍ਹਾਂ ਸੇਧ ਬਣਾ ਲੈਣੀ ਪਰਮਾਤਮਾ ਵਾਲੇ ਪਾਸੇ। ਕੇਵਲ ਵਾਹਿਗੁਰੂ ਪਰਮਾਤਮਾ ਨੂੰ ਹੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ। ਇੱਕ ਵਾਰ ਭਗਤ ਕਬੀਰ ਜੀ ਸਾਧ ਸੰਗਤ, ਮਾਤਾ ਲੋਈ ਇਹਨਾਂ ਦੀ ਧਰਮ ਸਪਤਨੀ ਸੀ, ਉਹਨਾਂ ਨੇ ਇੱਕ ਥਾਣ ਦੇਣਾ ਕੀਤਾ ਵੀ ਆਪਣੇ ਘਰ ਕੁਝ ਵੀ ਨਹੀਂ ਹੈ, ਇਸ ਨੂੰ ਵੇਚ ਕੇ ਆਓ। ਆਪਣੇ ਪਰਿਵਾਰ ਦੇ ਕਹਿਣ ਤੇ ਭਗਤ ਜੀ ਕੱਪੜੇ ਨੂੰ ਵੇਚਣ ਵਾਸਤੇ ਬਾਜ਼ਾਰ ਚਲੇ ਗਏ ਤੇ ਰਸਤੇ ਦੇ ਵਿੱਚ ਇੱਕ ਸਾਧੂ ਮਿਲ ਪਿਆ। ਉਸ ਸਾਧੂ ਨੇ ਭਗਤ ਜੀ ਨੂੰ ਕਿਹਾ ਕਿ ਮੈਨੂੰ ਸਰੀਰ ਤੇ ਕੱਪੜਾ ਚਾਹੀਦਾ ਹੈ। ਕਹਿੰਦੇ ਕਿੰਨਾ ਕੱਪੜਾ ਚਾਹੀਦਾ ਦੱਸੋ, ਮੈਂ ਮਿਣ ਕੇ ਦੇ ਦਿੰਦਾ। ਕਹਿੰਦੇ ਜੀ ਮੈਨੂੰ ਕੱਪੜਾ ਚਾਹੀਦਾ ਸਰੀਰ ਢੱਕਣ ਵਾਸਤੇ ਵੀ, ਇੱਕ ਸਿਰ ਤੇ ਲੈਣ ਵਾਸਤੇ ਵੀ ਚਾਹੀਦਾ, ਕਈ ਵਾਰ ਰਸਤੇ ਵਿੱਚ ਆਰਾਮ ਕਰਨਾ ਹੁੰਦਾ, ਹੇਠਾਂ ਵਿਛਾਉਣ ਵਾਸਤੇ ਵੀ ਚਾਹੀਦਾ, ਤੇ ਆਰਾਮ ਕਰਦਿਆਂ ਉੱਪਰ ਚਾਦਰ ਵੀ ਲੈਣੀ ਪੈਂਦੀ ਆ, ਉਹ ਵੀ ਚਾਹੀਦਾ। ਤੁਸੀਂ ਆਪੇ ਮਿਣ ਕੇ ਦੇ ਦਿਓ। ਜਦੋਂ ਭਗਤ ਜੀ ਨੇ ਉਹਨਾਂ ਦੇ ਕਹਿਣ ਤੇ ਕੱਪੜਾ ਮਿਣਿਆ, ਸਾਧ ਸੰਗਤ ਸਾਰਾ ਹੀ ਦਾਨ ਕਰ ਦਿੱਤਾ। ਵਾਪਸ ਜਦੋਂ ਘਰ ਨੂੰ ਜਾਣ ਲੱਗੇ, ਫਿਰ ਮਨ ਵਿੱਚ ਸੋਚਦੇ ਨੇ ਵੀ ਮੈਂ ਤਾਂ ਕੱਪੜਾ ਵੇਚ ਕਰਕੇ ਬਾਜ਼ਾਰ ਤੋਂ ਕੁਝ ਘਰ ਵਾਸਤੇ ਲੈ ਕੇ ਆਉਣਾ ਸੀ। ਫਿਰ ਸੋਚਿਆ ਵੀ ਸਭ ਦੀ ਪ੍ਰਤਪਾਲਨਾ ਕਰਨ ਵਾਲਾ ਤਾਂ ਪਰਮਾਤਮਾ ਹੈ,
ਪਰਮਾਤਮਾ ਦਾ ਨਾਮ ਜਪਦੇ ਹਾਂ। ਇਕਾਂਤ ਥਾਂ ਵਿੱਚ ਜਾ ਕਰਕੇ ਨਾਮ ਜਪਣ ਲੱਗ ਪਏ ਤੇ ਉਧਰ ਪਰਿਵਾਰ ਵਾਲੇ ਰਾਤ ਤੱਕ ਉਡੀਕਦੇ ਰਹੇ। ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਪਰਮਾਤਮਾ ਨੇ ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕੀਤਾ। ਗੱਡਿਆਂ ਤੇ ਰਸਤਾ ਲੱਦ ਕੇ ਘਰ ਆ ਗਏ। ਕਹਿਣ ਲੱਗੇ ਕਬੀਰ ਨੇ ਕੱਪੜਾ ਵੇਚਿਆ ਸੀ, ਉਹਦੇ ਵੱਟੇ ਅਸੀਂ ਇਹ ਸਮਾਨ ਦੇਣ ਵਾਸਤੇ ਆਏ। ਘਰ ਦੇ ਵਿੱਚ ਰਸਤਾਂ ਦੇ ਢੇਰ ਲੱਗ ਗਏ ਸਾਧ ਸੰਗਤ। ਜੋ ਭਗਤ ਜੀ ਵਾਪਸ ਆਏ, ਦੇਖਿਆ ਵੀ ਇੰਨਾ ਕੁਝ ਕਿੱਥੋਂ ਆਇਆ। ਆਪਣੀ ਇਸਤਰੀ ਨੂੰ ਪੁੱਛਿਆ, ਮਾਤਾ ਲੋਈ ਦੇ ਤਾਈ। ਉਹ ਕਹਿਣ ਲੱਗੇ ਇਹ ਸਭ ਕੁਝ ਇੱਕ ਸ਼ਾਹੂਕਾਰ ਦੇ ਕੇ ਗਿਆ। ਕਹਿਣ ਲੱਗਿਆ ਸੀ, ਉਹ ਕਹਿੰਦਾ ਸੀ ਵੀ ਕਬੀਰ ਨੇ ਸਾਨੂੰ ਕੱਪੜਾ ਵੇਚਿਆ। ਇਸ ਤਰ੍ਹਾਂ ਭਗਤਾਂ ਦਾ ਪੂਰਨ ਨਿਸ਼ਚਾ ਹੁੰਦਾ ਸਾਧ ਸੰਗਤ ਕਿ ਉਹ ਵਾਹਿਗੁਰੂ ਸਾਰਿਆਂ ਦੀ ਹਰ ਥਾਂ ਤੇ ਪ੍ਰਤਪਾਲਣਾ ਵੀ ਕਰਦਾ, ਸਾਰ ਸੰਭਾਲ ਕਰਨ ਵਾਲਾ। ਜੁਗਤ ਡੰਡਾ ਪ੍ਰਤੀਤ। ਹੁਣ ਦੇਖੋ ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਉਦਾਸੀ ਕਰਨ ਵਾਸਤੇ ਤੁਰਦੇ ਨੇ, ਕਿਹੜਾ ਕੋਈ ਪ੍ਰਬੰਧ ਕੀਤਾ ਹੋਇਆ ਵੀ ਫਲਾਣੇ ਥਾਂ ਜਾਵਾਂਗੇ, ਉੱਥੇ ਇੰਨੇ ਦਿਨ ਰਹਿ ਪਾਂਗੇ, ਫਲਾਣੇ ਥਾਂ ਇਹ ਕੁਝ ਖਾ ਲਾਂਗੇ। ਕੁਝ ਨਾਲ ਬੰਨ੍ਹ ਕੇ ਵੀ ਨਹੀਂ ਲੈ ਕੇ ਗਏ, ਬਸ ਇੱਕ ਵਾਹਿਗੁਰੂ ਦੇ ਆਸਰੇ ਤੁਰੀ ਗਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹੁਣ ਕਿੱਧਰ ਨੂੰ ਜਾਣਾ? ਸਤਿਗੁਰੂ ਜੀ ਕਹਿੰਦੇ ਜਿੱਧਰ ਕਰਤਾਰ ਲੈ ਕੇ ਜਾਏਗਾ। ਇੰਨਾ ਪ੍ਰਤੀਤ ਹੋਵੇ, ਅੰਦਰ ਭਰੋਸਾ ਹੋਵੇ ਸਿੱਖ ਦੇ, ਫਿਰ ਮਹਾਰਾਜ ਕਹਿੰਦੇ ਜੁਗਤ ਜੁੜਿਆ ਜਾਂਦਾ। ਜੁਗਤ ਨਾਮ ਹੁੰਦਾ ਜੁੜਨ ਦਾ। ਜੁਗਤ ਡੰਡਾ ਪ੍ਰਤੀਤ, ਜਿਹੜਾ ਪਰਮੇਸ਼ਰ ਤੇ ਭਰੋਸਾ ਰੱਖਣਾ ਹੈ ਨਾ, ਇਹੀ ਮਹਾਰਾਜ ਕਹਿੰਦੇ ਜੁਗਤੀ ਹੈ, ਇਹੀ ਜੁੜਨਾ ਹੈ ਪਰਮਾਤਮਾ ਦੇ ਨਾਲ। ਇਹ ਅਸੀਂ ਡੰਡਾ ਰੱਖਣਾ ਕੀਤਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਹੇ ਸਿੱਧੋ, ਜਿਹੜਾ ਸਾਡਾ ਆਈ ਪੰਥ ਹੈ, ਸਿੱਧਾਂ ਵਿੱਚ 12 ਪੰਥ ਮੰਨੇ ਜਾਂਦੇ ਨੇ। ਆਈ ਪੰਥ ਸਭ ਤੋਂ ਉੱਪਰ ਹੈ। ਜਿਵੇਂ ਆਪਣੇ ਸਿੱਖਾਂ ਵਿੱਚ ਕਿੰਨੀਆਂ ਸੰਸਥਾ ਨੇ, ਕੋਈ ਟਕਸਾਲ ਹੈ, ਕੋਈ ਨਾਨਕ ਸਰ ਸੰਪਰਦਾ ਹੈ, ਕੋਈ ਨਿਹੰਗ ਸਿੰਘ ਸੰਪਰਦਾ ਹੈ, ਸੇਵਾ ਪੰਥੀ ਵਾਲੇ ਮਹਾਂਪੁਰਖ ਨੇ। ਇਸ ਤਰ੍ਹਾਂ ਬੇਅੰਤੀ ਉਦਾਸੀ ਮਹਾਂਪੁਰਖ ਨੇ। ਸਿੱਧਾਂ ਦੇ ਵਿੱਚ ਵੀ, ਜੋਗ ਮਤ ਵਿੱਚ ਵੀ 12 ਤਰ੍ਹਾਂ ਦੇ ਪੰਥ ਮੰਨੇ ਜਾਂਦੇ ਤੇ ਇੱਕ ਆਈ ਪੰਥ ਹੈ। ਇਹ ਕਥਨ ਹੁੰਦਾ ਕਿ ਇੱਕ ਮਾਈ ਨੇ ਗੋਰਖਨਾਥ ਨੂੰ ਬੇਨਤੀ ਕੀਤੀ ਕਿ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਹੈ। ਤਾਂ ਉਸ ਸਮੇਂ ਗੋਰਖਨਾਥ ਕਹਿਣ ਲੱਗਾ ਮੈਂ ਜਤੀ ਹਾਂ। ਇਹ ਮਾਈ ਕਹਿਣ ਲੱਗੀ ਫਿਰ ਮੇਰੀ ਤਾਂ ਇਹ ਇੱਛਾ ਸੀ। ਤਾਂ ਗੋਰਖਨਾਥ ਨੇ ਕਿਹਾ ਵੀ ਮੈਂ ਤੇਰੇ ਨਾਂ ਤੋਂ ਹੀ ਇੱਕ ਪੰਥ ਚਲਾਵਾਂਗਾ। ਤੇ ਆਈ ਪੰਥ ਉਸ ਮਾਈ ਦੇ ਨਾਂ ਤੋਂ ਚੱਲਿਆ ਹੋਇਆ। ਸਾਧ ਸੰਗਤ ਬਹੁਤ ਵੱਡਾ ਜੋਗੀਆਂ ਵਿੱਚ ਇਹ ਪੰਥ ਹੈ। ਸਤਿਗੁਰੂ ਜੀ ਕਹਿੰਦੇ ਸਾਡੇ ਵਾਸਤੇ ਆਈ ਪੰਥ ਕਿਹੜਾ ਹੈ? ਆਈ ਪੰਥੀ ਸਗਲ ਜਮਾਤੀ। ਜਿੰਨੀ ਸਾਰੀ ਸ੍ਰਿਸ਼ਟੀ ਆਈ ਹੋਈ ਹੈ ਨਾ, ਇਹ ਸਗਲ ਜਮਾਤੀ। ਸਾਰਿਆਂ ਦੇ ਵਿੱਚ ਜਿੰਨੀਆਂ ਜਮਾਤਾਂ ਨੇ, ਪਰਮਾਤਮਾ ਨੂੰ ਹੀ ਦੇਖਣਾ, ਇਹ ਸਾਡਾ ਆਈ ਪੰਥ ਹੈ। ਵੀ ਸਾਰਿਆਂ ਵਿੱਚ ਭਾਵੇਂ ਕੋਈ ਸਾਧੂ ਹੈ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਮਹਾਤਮ ਹੈ, ਭਗਤ ਹੈ, ਕੋਈ ਸੇਵਕ ਹੈ, ਕੋਈ ਜਗਿਆਸੂ ਹੈ, ਕੋਈ ਸੰਸਾਰੀ ਜੀਵ ਹੈ, ਕੋਈ ਰਾਜਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸਾਨ ਹੈ, ਦੁਕਾਨਦਾਰ ਹੈ, ਕੋਈ ਵਪਾਰੀ ਹੈ। ਸਾਰਿਆਂ ਦੇ ਵਿੱਚ ਭਾਵੇਂ ਕੋਈ ਸਹਿਤ ਹੈ, ਕੋਈ ਤਿਆਗੀ ਹੈ, ਕੋਈ ਸੰਨਿਆਸੀ ਹੈ, ਕੋਈ ਵਿਰਾਗੀ ਹੈ, ਸਾਰਿਆਂ ਵਿੱਚ ਉਸ ਵਾਹਿਗੁਰੂ ਨੂੰ ਦੇਖਣਾ ਵੀ ਉਹਦੀ ਜੋਤ ਸਾਰਿਆਂ 'ਚ ਆਈ ਹੋਈ ਹੈ।
ਆਈ ਪੰਥੀ ਮਤਲਬ ਉਹਦੀ ਜੋਤ ਹੀ ਸਾਰਿਆਂ 'ਚ ਆਈ ਹੋਈ ਹੈ, ਉਹਦੀ ਚੇਤਨ ਸੱਤਾ ਸਾਰਿਆਂ 'ਚ ਆਈ ਹੋਈ ਹੈ। ਇਹੀ ਸਾਡਾ ਆਈ ਪੰਥ ਹੈ, ਇੱਕ ਨੂੰ ਸਾਰਿਆਂ ਵਿੱਚ ਦੇਖਣਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਤੇ ਸਿੱਧੋ ਤੁਸੀਂ ਸੰਸਾਰ ਨੂੰ ਜਿੱਤਣਾ ਚਾਹੁੰਦੇ ਹੋ, ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਪਿੱਛੇ ਲਾਉਂਦੇ ਹੋ, ਆਪਣੀ ਮਾਨਤਾ ਕਰਾਉਂਦੇ ਹੋ। ਪਰ ਅਸੀਂ ਤਾਂ ਆਪਣੇ ਮਨ ਨੂੰ ਜਿੱਤਿਆ, ਤੇ ਜਿਹਨੇ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਜਿੱਤ ਲਿਆ। ਜਿਹਨੇ ਮਨ ਨਹੀਂ ਜਿੱਤਿਆ ਉਹਦੇ ਕੋਲੋਂ ਕੁਝ ਨਹੀਂ ਜਿੱਤਿਆ ਜਾਂਦਾ। ਜਿਵੇਂ ਸਾਧ ਸੰਗਤ ਪਾਰਸਨਾਥ ਹੋਇਆ, ਰੋਹੀਲੇ ਦੇਸ਼ ਦਾ ਇਹ ਰਾਜਾ ਸੀ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਦੱਤਾਤਰੇయ ਜੀ ਹੋਏ ਹਨ, 1,11 ਵਰ੍ਹੇ ਬਾਅਦ ਪਾਰਸਨਾਥ ਦਾ ਜਨਮ ਹੋਇਆ। ਜਨਮ ਦੇ ਸਮੇਂ ਇਹਦੇ ਜਟਾਂ ਸਨ, ਤੇ ਜੋ ਵੀ ਲੋਕ ਇਹਦੇ ਦਰਸ਼ਨ ਕਰਨ ਵਾਸਤੇ ਆਉਂਦੇ ਵੀ, ਉਹ ਇਹਨੂੰ ਦੇਖ ਕੇ ਮੋਹਿਤ ਹੋ ਜਾਂਦੇ ਸੀ। ਇੰਨਾ ਸੁੰਦਰ ਸਰੂਪ ਸੀ ਇਹਦਾ। ਇੱਥੋਂ ਤੱਕ ਜਿਹੜਾ ਰਾਜਾ ਸੀ ਨਾ ਇਸ ਦੇਸ਼ ਦਾ, ਉਹਨੇ ਵੀ ਇਹਦੇ ਦਰਸ਼ਨ ਕੀਤੇ, ਜਦੋਂ ਮੋਹਿਤ ਹੋ ਗਿਆ ਤੇ ਸਭ ਕੁਝ ਇਹਨੂੰ ਹੀ ਭੇਟਾ ਕਰ ਦਿੱਤਾ, ਆਪਣੀ ਪੁੱਤਰੀ ਤੱਕ ਦੇ ਦਿੱਤੀ ਵੀ ਇਹ ਜਦੋਂ ਵੱਡਾ ਹੋਵੇਗਾ ਤੇ ਮੈਂ ਆਪਣੀ ਪੁੱਤਰੀ ਨਾਲ ਇਹਦਾ ਵਿਆਹ ਕਰਾਊਂ। ਜਦੋਂ ਇਹ ਥੋੜਾ ਜਿਹਾ ਵੱਡਾ ਹੋਇਆ ਤੇ ਇਹਨੇ ਵਿਦਿਆ ਬਹੁਤ ਪੜ੍ਹੀ, ਸ਼ਾਸਤਰ ਵਿਦਿਆ ਤੇ ਸ਼ਸਤਰ ਵਿਦਿਆ। ਸ਼ਾਸਤਰ ਕਹਿੰਦੇ ਨੇ ਜਿਹਦੇ ਧਰਮ ਗ੍ਰੰਥ ਸਾਰੇ ਆ ਜਾਂਦੇ ਨੇ, ਵਿਦਵਾਨ ਬਣ ਗਿਆ। ਸਾਰੇ ਪੰਡਤਾਂ ਨੂੰ, ਵਿਦਵਾਨਾਂ ਨੂੰ ਜਿੱਤ ਲੈਣਾ ਕੀਤਾ। ਤੇ ਸ਼ਸਤਰ ਕਹਿੰਦੇ ਨੇ ਤੀਰ ਕਮਾਨ, ਘੋੜ ਸਵਾਰੀ, ਤੀਰ ਜਿਹੜੀ ਤਲਵਾਰਬਾਜੀ, ਨੇਜਾਬਾਜੀ ਸਿੱਖ ਲੈਣਾ ਕੀਤੀ। ਤੇ ਜਿੰਨੇ ਰਾਜੇ ਸਨ ਉਹ ਵੀ ਜਿੱਤ ਲਏ। ਇਹਨੇ ਰਾਜ ਭਾਗ ਪ੍ਰਾਪਤ ਕਰ ਲਿਆ। ਫਿਰ ਜਿੱਤਦਿਆਂ ਜਿੱਤਦਿਆਂ 1,00,000 ਰਾਜੇ ਇਹਨੇ ਆਪਣੀ ਕੈਦ ਵਿੱਚ ਪਾ ਲਏ, ਜਿਹੜੇ ਮੰਨਦੇ ਨਹੀਂ ਸਨ। ਜਿਹੜੇ ਇਹਦੀ ਈਨ ਨਹੀਂ ਮੰਨਦੇ ਸੀ ਉਹਨਾਂ ਨੂੰ ਕੈਦ ਕਰ ਲਿਆ। ਚਾਰੇ ਪਾਸੇ ਆਪਣਾ ਡੰਕਾ ਵਜਾ ਦਿੱਤਾ। ਜਦੋਂ ਪੂਰਾ ਇਸ ਨੂੰ ਵਿਸ਼ਵਾਸ ਹੋ ਗਿਆ ਵੀ ਮੈਂ ਸਾਰੀ ਧਰਤੀ ਨੂੰ ਜਿੱਤ ਲੈਣਾ ਕੀਤਾ ਹੈ, ਤੇ ਮਨ ਵਿੱਚ ਸੋਚਦਾ ਵੀ ਹੁਣ ਮੈਨੂੰ ਜੱਗ ਕਰਨਾ ਚਾਹੀਦਾ। ਉਹਨਾਂ ਸਮੇਂ ਵਿੱਚ ਇਹ ਇੱਕ ਪ੍ਰਥਾ ਹੁੰਦੀ ਸੀ ਵੀ ਜਦੋਂ ਕੋਈ ਚੱਕਰਵਰਤੀ ਰਾਜਾ ਬਣ ਜਾਂਦਾ ਸੀ, ਉਹ ਫਿਰ ਜੱਗ ਕਰਦਾ ਸੀ। ਭੂਪ ਮੇਦ ਜੱਗ ਹੁੰਦਾ, ਜਿਹੜਾ ਸਾਧ ਸੰਗਤ ਜਦੋਂ ਕੋਈ ਸਾਰੇ ਸੰਸਾਰ ਨੂੰ ਜਿੱਤ ਲਵੇ ਉਦੋਂ ਕੀਤਾ ਜਾਂਦਾ ਹੈ। ਇਸ ਨੇ ਵਿਉਂਤਬੰਦੀ ਬਣਾਈ ਤਾਂ ਉਸ ਸਮੇਂ ਇਹਦੀ ਕੈਦ ਵਿੱਚ ਇੱਕ ਰਾਜਾ ਸੀ। ਉਹਨੇ ਇਹਨੂੰ ਬੇਨਤੀ ਕੀਤੀ ਵੀ ਰਾਜਨ, ਜੇ ਤੂੰ ਸਾਰੇ ਰਾਜ ਜਿੱਤੇ ਹੁਣ ਫੇਰ ਹੀ ਇਹ ਜੱਗ ਕਰ ਸਕਦਾ, ਉਹਨਾਂ ਸਮਾਂ ਨਹੀਂ। ਇਸ ਨੇ ਆ ਕੇ ਪੁੱਛਿਆ ਵੀ ਦੱਸ ਤੂੰ ਕਿਹੜਾ ਕੋਈ ਰਾਜਾ ਹੈ ਜਿੱਤਣ ਵਾਲਾ ਅਜੇ ਨਹੀਂ ਜਿੱਤਿਆ ਗਿਆ। ਉਹ ਗਿਆਨਦੇਵ ਰਾਜਾ ਕਹਿਣ ਲੱਗਿਆ, ਜੇ ਤੂੰ ਉਸ ਰਾਜੇ ਬਾਰੇ ਪਤਾ ਕਰਨਾ ਹੈ ਤਾਂ ਫਿਰ ਖੀਰ ਸਮੁੰਦਰ ਵਿੱਚ ਇੱਕ ਮੱਛ ਹੈ, ਉਸ ਮੱਛ ਦੇ ਪੇਟ ਵਿੱਚ ਇੱਕ ਰਿਖੀ ਬੈਠਾ ਹੈ, ਉਹ ਰਿਖੀ ਤੈਨੂੰ ਦੱਸ ਸਕਦਾ ਹੈ। ਇਸ ਨੇ ਬਹੁਤ ਜਾਲ ਪਵਾ ਕਰਕੇ ਉਸ ਮੱਛ ਨੂੰ ਪਕੜਨਾ ਕੀਤਾ ਤੇ ਫਿਰ ਉਹਦਾ ਪੇਟ ਚੀਰ ਕਰਕੇ ਮਛਿੰਦਰ-ਨਾਥ, ਉਹ ਜੋਗੀ ਸੀ। ਮਛਿੰਦਰ-ਨਾਥ ਕਹਿੰਦੇ ਜਿਹੜਾ ਮੱਛੀ ਦੇ ਪੇਟ ਤੋਂ ਪੈਦਾ ਹੋਇਆ ਹੋਵੇ,
ਉਸ ਦੇ ਤਾਈਂ ਪੁੱਛਣ ਲੱਗਿਆ ਵੀ ਮੈਨੂੰ ਦੱਸ ਕਿਹੜਾ ਕੋਈ ਰਾਜਾ ਹੈ ਜਿਹੜਾ ਅਜੇ ਨਹੀਂ ਜਿੱਤਿਆ ਗਿਆ। ਮਛਿੰਦਰ ਨਾਥ ਕਹਿਣ ਲੱਗਿਆ ਉਹ ਹੈ ਮਨ। ਅਗਿਆਨ ਸਹਿਤ ਜਿਹੜਾ ਮਨ ਰੂਪ ਰਾਜਾ ਹੈ ਉਹ ਕਿਸੇ ਤੋਂ ਨਹੀਂ ਜਿੱਤਿਆ ਗਿਆ। ਇਹ ਭਰਤਰੀ ਜੀ ਨੇ ਬਚਨ ਕੀਤੇ ਨਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਕਹਿੰਦੇ ਜਿਹਨੇ ਮਨ ਰੂਪ ਵੈਰੀ ਨੂੰ ਜਿੱਤ ਲਿਆ ਉਹਨੇ ਸਾਰੇ ਵੈਰੀ ਜਿੱਤ ਲਏ। ਜਦੋਂ ਪਤਾ ਲੱਗਿਆ ਵੀ ਜਿਹੜਾ ਮੇਰਾ ਮਨ ਹੈ ਉਹ ਮੇਰਾ ਇੱਕ ਵੈਰੀ ਹੈ, ਅੰਦਰ ਬੈਠਾ ਦੁਸ਼ਮਣ ਹੈ, ਮੈਂ ਉਹਨੂੰ ਜਿੱਤਣਾ ਹੈ, ਤੇ ਕਹਿੰਦਾ ਜਿੱਤ ਲੈਣਾ ਮੈਂ। ਹੁਣ ਮਨ ਨੂੰ ਜਿੱਤਣ ਵਾਸਤੇ ਮਨ ਦੇ ਨਾਲ ਝਗੜਾ ਕਰਨਾ ਪੈਣਾ ਸੀ। ਜਿਵੇਂ ਸਾਡੇ ਅੰਦਰ ਕੋਈ ਵਿਚਾਰ ਚੱਲਦੀ ਹੈ, ਸਾਡਾ ਮਨ ਕੁਝ ਹੋਰ ਕਹਿੰਦਾ, ਸਾਡੀ ਕੋਈ ਹੋਰ ਮੱਤ ਰਹਿ ਹੁੰਦੀ, ਨਹੀਂ ਐਂ ਕਰਨਾ, ਮਨ ਕਹਿੰਦਾ ਨਹੀਂ ਮੈਂ ਐਂ ਕਰਾਉਣਾ। ਤੇ ਹੁਣ ਮਨ ਨੂੰ ਜਿੱਤਣ ਲੱਗਿਆ, ਮਨ ਨੂੰ ਜਿੱਤਣ ਵਾਸਤੇ ਜਦੋਂ ਚੌਂਕੜਾ ਮਾਰਿਆ ਤੇ ਇਹਦੇ ਅੰਦਰ ਕਈ ਤਰ੍ਹਾਂ ਦੇ ਸੰਕਲਪ ਉੱਠਦੇ ਨੇ। ਕਦੇ ਮਨ ਰਾਣੀਆਂ ਵਾਲੇ ਪਾਸੇ ਜਾਂਦਾ, ਕਦੇ ਮਹਿਲਾਂ ਵਾਲੇ ਪਾਸੇ, ਕਦੇ ਤਬੇਲਿਆਂ ਵਿੱਚ, ਕਦੇ ਹੀਰਿਆਂ ਮੋਤੀਆਂ ਵੱਲ ਜਾਂਦਾ। ਮਨ ਹੁਣ ਦੌੜਿਆ ਫਿਰਦਾ, ਇਹਦੇ ਕੋਲ ਮਨ ਵਸ ਨਹੀਂ ਆਇਆ, ਮਨ ਕੰਟਰੋਲ ਵਿੱਚ ਨਹੀਂ ਆਇਆ। ਫਿਰ ਇਹਨੇ ਸੋਚਿਆ ਵੀ ਜੇ ਮੈਂ ਮਨ ਨੂੰ ਨਹੀਂ ਜਿੱਤ ਸਕਿਆ ਤੇ ਮੈਂ ਚਿਖਾ ਬਣਾ ਕੇ ਸੜ ਜੂ। ਉਸ ਸਮੇਂ ਇਹਦੇ ਮੰਤਰੀਆਂ ਨੇ, ਪਰਿਵਾਰ ਵਾਲਿਆਂ ਨੇ ਬੜਿਆ ਰੋਕਿਆ ਵੀ ਤੂੰ ਇਹ ਕੰਮ ਨਾ ਕਰ। ਕਹਿੰਦਾ ਨਹੀਂ, ਜੇ ਮੈਂ ਮਨ ਨਹੀਂ ਜਿੱਤਿਆ ਨਾ ਫਿਰ ਮੈਂ ਚਿਖਾ ਬਣਾ ਕੇ ਸੜ ਜੂ। ਤੇ ਚਿਖਾ ਬਣਾ ਕਰਕੇ ਦਾਨ ਪੁੰਨ ਕਰਕੇ ਫਿਰ ਇਹਨੇ ਸਾਧ ਸੰਗਤ ਜਦੋਂ ਅੱਗ ਲਾਉਣ ਲੱਗੇ, ਚਿਖਾ ਨੂੰ ਅੱਗ ਨਾ ਲੱਗੀ। ਫਿਰ ਕਹਿੰਦੇ ਇਹਨੇ ਆਪਣੇ ਪੇਟ ਵਿੱਚੋਂ ਜੋਗ ਅਗਨੀ ਪ੍ਰਗਟ ਕਰਕੇ ਚਿਖਾ ਤੇ ਸੜ ਕਰਕੇ ਮਰ ਗਿਆ ਸੀ। ਪਾਰਸਨਾਥ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਗ੍ਰੰਥ ਅੰਦਰ ਇਹਦਾ ਇਹ ਜ਼ਿਕਰ ਕੀਤਾ ਵੀ ਇਹ ਰਾਜਾ ਆਪਣੇ ਮਨ ਨੂੰ ਜਿੱਤ ਨਹੀਂ ਸਕਿਆ ਤੇ ਚਿਖਾ ਤੇ ਸੜ ਗਿਆ ਸੀ। ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਈ। ਜਦੋਂ ਪੂਰਨ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਦੋਂ ਹੀ ਮਨ ਵਸ ਆਉਂਦਾ ਹੈ। ਮਨ ਦੇ ਵਿੱਚ ਜਿਹੜੇ ਸੰਕਲਪ ਨੇ, ਵਿਕਲਪ ਨੇ, ਮਨ ਦੀ ਚੰਚਲਤਾ ਹੈ, ਉਦੋਂ ਹੀ ਖਤਮ ਹੋ ਸਕਦੀ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ। ਜਿਹੜਾ ਗੁਰਮਤਿ ਦਾ ਧਾਰਨੀ ਹੋਵੇਗਾ, ਦੇਖੋ ਜਿਵੇਂ ਕੋਈ ਮਨੁੱਖ ਵਿਗੜ ਜਾਂਦਾ ਹੈ ਉਵੇਂ ਉਹਦਾ ਸੁਧਾਰ ਵੀ ਹੋ ਸਕਦਾ ਹੈ, ਪਰ ਉਦੋਂ ਸੁਧਾਰ ਹੋਵੇਗਾ ਜਦੋਂ ਉਹ ਆਪਣੇ ਵਿਗੜੇ ਹੋਏ ਸੁਭਾਅ ਨੂੰ ਤਿਆਗੇ। ਜੇ ਕੋਈ ਔਗਣਾਂ ਨੂੰ ਛੱਡ ਦੇਵੇ ਤਾਂ ਗੁਣ ਹਿਰਦੇ 'ਚ ਪ੍ਰਗਟ ਹੋ ਜਾਂਦੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਦੋ ਚੌਧਰੀਆਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਵੀ ਸਿੱਖੀ ਬਖਸ਼ੋ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਕੀ ਕੰਮ ਕਰਦੇ ਹੋ, ਕੀ ਕਿਰਤ ਕਰਦੇ ਹੋ? ਕਹਿਣ ਲੱਗੇ ਜੀ ਪਿੰਡ ਦੇ ਚੌਧਰੀ ਆ ਤੇ ਬਾਕੀ ਆਪਣਾ ਕਾਰੋਬਾਰ ਹੈ। ਤੇ ਮਹਾਰਾਜ ਨੇ ਫਿਰ ਬਚਨ ਕੀਤੇ, ਭਾਈ ਗੁਰੂ ਘਰ ਦਾ ਨਿਯਮ ਹੈ, ਇੱਕ ਤਾਂ ਝੂਠ ਨਹੀਂ ਬੋਲਣਾ, ਸੱਚ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨਾ ਹੈ। ਫਿਰ ਗੁਰਬਾਣੀ ਪੜ੍ਹਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਸੰਗਤ ਕਰਿਆ ਕਰੋ। ਇਹ ਕਹਿਣ ਲੱਗੇ ਮਹਾਰਾਜ ਬਾਕੀ ਤਾਂ ਸਭ ਕੁਝ ਕਰ ਸਕਦੇ ਆ, ਪਰ ਝੂਠ ਬੋਲਣਾ ਇਹ ਨਹੀਂ ਛੱਡ ਸਕਦੇ, ਕਿਉਂਕਿ ਸਾਨੂੰ ਲੋਕਾਂ ਦੇ ਫੈਸਲੇ ਕਰਨੇ ਪੈਂਦੇ ਆ, ਕਈ ਵਾਰ ਮੂੰਹ ਮੱਥਾ ਰੱਖਣਾ ਪੈਂਦਾ, ਇਸ ਤਰ੍ਹਾਂ ਝੂਠ ਬੋਲਿਆ ਜਾਂਦਾ ਹੈ।
ਸਤਿਗੁਰੂ ਮਹਾਰਾਜ ਕਹਿੰਦੇ ਫਿਰ ਸਾਡਾ ਬਚਨ ਮੰਨਿਓ, ਭਾਵੇਂ ਕਿੰਨੇ ਮਰਜ਼ੀ ਝੂਠ ਬੋਲੀ ਜਾਇਓ, ਪਰ ਬਚਨ ਮੰਨਣਾ ਪੈਣਾ। ਕਹਿੰਦੇ ਸਤ ਬਚਨ ਜੀ, ਜਿੰਨੇ ਵੀ ਝੂਠ ਬੋਲਣੇ ਹਨ ਉਹਨਾਂ ਨੂੰ ਕਾਗਜ਼ ਲੈ ਕੇ ਲਿਖ ਲੈਣਾ ਹੈ। ਬਸ ਇਹ ਬਚਨ ਮੰਨਣਾ ਹੈ ਵੀ ਭਾਵੇਂ ਇੱਕ ਝੂਠ ਬੋਲੋ, ਭਾਵੇਂ 100 ਬੋਲੋ, ਭਾਵੇਂ 1000 ਬੋਲੋ, ਪਰ ਉਹਨਾਂ ਨੂੰ ਲਿਖ ਕੇ ਸਾਡੇ ਕੋਲ ਲੈ ਆਇਓ। ਕਹਿੰਦੇ ਸਤ ਬਚਨ। ਇਹਨਾਂ ਨੇ ਸਾਧ ਸੰਗਤ ਝੂਠ ਬੋਲਦੇ ਰਹੇ। 2-3 ਮਹੀਨੇ ਬਤੀਤ ਹੋਏ। ਗੁਰੂ ਮਹਾਰਾਜ ਦਰਸ਼ਨ ਕਰਨ ਵਾਸਤੇ ਫਿਰ ਆਏ ਨੇ ਤੇ ਸਤਿਗੁਰਾਂ ਦੇ ਅੱਗੇ ਲਿਆ ਕੇ ਉਹ ਕਾਗਜ਼ ਰੱਖ ਦਿੱਤੇ। ਇਹਨਾਂ ਨੇ ਸੋਚਿਆ ਵੀ ਗੁਰੂ ਮਹਾਰਾਜ ਜੀ ਉਹਨਾਂ ਕਾਗਜ਼ਾਂ ਨੂੰ ਪਾੜ ਦੇਣਗੇ, ਕਹਿਣਗੇ ਵੀ ਤੁਹਾਡੇ ਝੂਠ ਮਾਫ, ਜਾਂ ਕਹਿਣਗੇ ਸਿੱਖ ਨੂੰ ਵੀ ਇਹਨਾਂ ਨੂੰ ਚੁੱਲ੍ਹੇ 'ਚ ਸਾੜਿਆ ਭਾਈ, ਤੇ ਸਾਡੇ ਬੋਲੇ ਹੋਏ ਝੂਠ ਸੜ ਜਾਣਗੇ। ਗੁਰੂ ਮਹਾਰਾਜ ਕਹਿੰਦੇ ਭਾਈ ਜਿੰਨੇ ਤੁਸੀਂ ਇਹ ਝੂਠ ਬੋਲੇ ਨੇ ਸੰਗਤ ਵਿੱਚ ਬੋਲ ਕੇ ਦੱਸੋ। ਹੁਣ ਉਹਨਾਂ ਵਿੱਚੋਂ ਇੱਕ ਚੌਧਰੀ ਖੜਾ ਹੋ ਕੇ ਤੇ ਉਹ ਜਿਹੜੇ ਜਿਹੜੇ ਕਾਗਜ਼ ਤੇ ਲਿਖੇ ਹੋਏ ਸੀ ਫਲਾਣੇ ਸਮੇਂ ਆਹ ਝੂਠ ਬੋਲਿਆ, ਫਲਾਣੇ ਸਮੇਂ ਆਹ ਝੂਠ ਬੋਲਿਆ, ਤੇ ਕਈ ਵਾਰ ਲੋਕ ਸੁਣ ਕੇ ਹੱਸੀ ਜਾਂਦੇ ਨੇ, ਸ਼ਰਮ ਵੀ ਆਉਂਦੀ ਹੈ। ਪਰ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਸਾਧ ਸੰਗਤ ਉਹ ਸਾਰੇ ਕਾਗਜ਼ ਪੜ੍ਹਨਾ ਕੀਤੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਭਲਾ ਹੋਵੇ, ਚਲੋ ਅਗਲੀ ਵਾਰ ਵੀ ਤੁਸੀਂ ਇਹੀ ਕੰਮ ਕਰਨਾ, ਭਾਵੇਂ ਜਿੰਨੇ ਮਰਜ਼ੀ ਝੂਠ ਬੋਲੀ ਜਾਓ, ਖੁੱਲ੍ਹ ਹੈ ਤੁਹਾਨੂੰ, ਪਰ ਉਹ ਲਿਖਣੇ ਨੇ ਤੇ ਲਿਖ ਕਰਕੇ ਸੰਗਤ ਵਿੱਚ ਆ ਕੇ ਦੱਸਣੇ ਨੇ, ਫਿਰ ਇਹ ਬਖਸ਼ੇ ਜਾਣਗੇ। ਹੁਣ ਸਾਧ ਸੰਗਤ ਦੂਜੀ ਵਾਰ ਜਦੋਂ ਪਿੰਡ ਗਏ ਤੇ ਝੂਠ ਬੋਲਣ ਲੱਗਿਆ, ਮਾੜਾ ਜਿਹਾ ਮਨ ਕਤਰਾਉਣ ਲੱਗਿਆ ਵੀ ਲਿਖਣਾ ਪੈਣਾ, ਗੁਰੂ ਦਾ ਬਚਨ ਹੈ, ਤੇ ਜੇ ਲਿਖਿਆ ਤੇ ਫਿਰ ਉੱਥੇ ਸੁਣਾਉਣਾ ਪੈਣਾ, ਤੇ ਜੇ ਸੁਣਾਵਾਂਗੇ ਤੇ ਫਿਰ ਸੰਗਤ ਦੀ ਹਾਸੀ ਵੀ ਹੁੰਦੀ ਹੈ, ਕੋਈ ਸੁਣ ਕੇ ਹੱਸਦਾ ਵੀ ਹੈ ਤੇ ਚੰਗਾ ਵੀ ਨਹੀਂ ਲੱਗਦਾ। ਹੁਣ ਥੋੜ੍ਹਾ ਜਿਹਾ ਮਨ ਨੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਵੀ ਥੋੜ੍ਹਾ ਜਿਹਾ ਸੁਚੇਤ ਹੋ ਗਿਆ ਮਨ, ਝੂਠ ਬੋਲਣ ਲੱਗਿਆ, ਕਹਿ ਲਈਏ ਵੀ ਅੱਗੇ ਨਾਲੋਂ ਘੱਟ ਝੂਠ ਬੋਲਣ ਲੱਗੇ, ਜਿੱਥੇ ਲੋੜ ਪੈਂਦੀ ਸੀ ਉਹ ਬੋਲ ਦੇਣਾ। ਇਸ ਵਾਰ ਵੀ ਕਾਗਜ਼ਾਂ ਤੇ ਲਿਖ ਕੇ ਸਤਿਗੁਰੂ ਮਹਾਰਾਜ ਦਰਸ਼ਨ ਕਰਨ ਵਾਸਤੇ ਗਏ ਨੇ ਤੇ ਮਹਾਰਾਜ ਅੱਗੇ ਉਹ ਕਾਗਜ਼ ਰੱਖ ਦਿੱਤੇ, ਪਰ ਉਹਨਾਂ ਦੀ ਗਿਣਤੀ ਅੱਗੇ ਨਾਲ ਘਟ ਗਈ। ਗੁਰੂ ਮਹਾਰਾਜ ਬਚਨ ਮੰਨ ਕੇ ਇਹਨਾਂ ਨੇ ਫਿਰ ਸੰਗਤ ਵਿੱਚ ਸੁਣਾਇਆ। ਇਸ ਤਰ੍ਹਾਂ ਸਾਧ ਸੰਗਤ ਕਈ ਵਾਰ ਹੋਇਆ, ਪਰ ਹਰ ਵਾਰ ਉਹ ਕਾਗਜ਼ਾਂ ਦੀ ਗਿਣਤੀ ਘਟਦੀ ਗਈ, ਕਿਉਂਕਿ ਮਨ ਸੁਚੇਤ ਹੁੰਦਾ ਗਿਆ, ਝੂਠ ਤੋਂ ਨਫ਼ਰਤ ਬਣਦੀ ਗਈ। ਇੱਕ ਦਿਨ ਆਇਆ, ਖਾਲੀ ਕਾਗਜ਼ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਮਹਾਰਾਜ ਕਹਿੰਦੇ ਭਾਈ ਕੀ ਗੱਲ ਹੋ ਗਈ, ਝੂਠ ਨਹੀਂ ਬੋਲਿਆ? ਕਹਿੰਦੇ ਸਤਿਗੁਰੂ ਜੀ ਹੁਣ ਬੋਲਣ ਨੂੰ ਜੀ ਨਹੀਂ ਕਰਦਾ। ਮਨ ਕਹਿੰਦਾ ਵੀ ਜੇ ਝੂਠ ਬੋਲਾਂਗੇ ਤਾਂ ਫਿਰ ਲਿਖਣਾ ਪਵੇਗਾ, ਔਰ ਲਿਖਿਆ ਹੋਇਆ ਗੁਰੂ ਸਾਹਿਬਾਂ ਦੇ ਅੱਗੇ ਸੁਣਾਉਣਾ ਪਊਗਾ। ਇਸ ਲਈ ਮਹਾਰਾਜ ਸਾਡਾ ਹੁਣ ਮਨ ਨਹੀਂ ਕਰਦਾ ਝੂਠ ਬੋਲਣ, ਨਫ਼ਰਤ ਹੋ ਗਈ ਹੈ। ਦੇਖੋ ਗੁਰੂ ਸਾਹਿਬਾਂ ਨੇ ਇੱਕ ਜੁਗਤੀ ਵਰਤ ਕੇ ਆਪਣੇ ਸਿੱਖਾਂ ਨੂੰ ਝੂਠ ਵਾਲੇ ਪਾਸਿਓਂ ਹਟਾ ਲਿਆ। ਪਹਿਲਾਂ ਝੂਠ ਨਾਲ ਪ੍ਰੇਮ ਸੀ, ਫਿਰ ਹੌਲੀ ਹੌਲੀ ਸੱਚ ਨਾਲ ਪ੍ਰੇਮ ਬਣ ਗਿਆ। ਗੁਰੂ ਸਾਹਿਬਾਂ ਦੀ ਸੰਗਤ ਕੀਤਿਆਂ, ਨਾਮ ਜਪਿਆ ਸਾਧ ਸੰਗਤ ਇਸ ਤਰ੍ਹਾਂ ਔਗਣ ਛੁੱਟ ਜਾਂਦੇ ਨੇ, ਹਿਰਦੇ 'ਚ ਗੁਣ ਆ ਕੇ ਵਸ ਜਾਂਦੇ। ਭਲਾ ਹੁੰਦਾ ਸਾਡਾ ਹੌਲੀ ਹੌਲੀ, ਇੱਕੇ ਦਮ ਨਹੀਂ। ਜੇ ਮੈਂ ਕਹਾਂ ਵੀ ਮੈਂ ਅੱਜ 2, 4, 10 ਦਿਨ ਗੁਰਦੁਆਰੇ ਆ ਕੇ ਸਾਰਾ ਕੁਝ ਹੀ ਪ੍ਰਾਪਤ ਕਰ ਲਾਂ, ਨਹੀਂ ਹੋ ਸਕਦਾ। ਸਾਲ ਵੀ ਲੱਗ ਸਕਦੇ ਨੇ, ਮਹੀਨੇ ਵੀ ਲੱਗ ਸਕਦੇ, ਪਰ ਇਹ ਨਹੀਂ ਵੀ ਸਾਡੇ ਵਿੱਚ ਫਰਕ ਨਾ ਪਵੇਗਾ। ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਮਨ ਜੀਤੈ ਜਗ ਜੀਤ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ, ਵਿਕਾਰਾਂ ਵਾਲੇ ਪਾਸਿਓਂ, ਮਨ ਨੂੰ ਵਾਸ਼ਨਾ ਵਾਲੇ ਪਾਸਿਓਂ ਜਿੱਤ ਲੈਂਦਾ, ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ। ਜਿਹਨੇ ਮਨ ਨੂੰ ਜਿੱਤ ਲਿਆ,
ਗੱਲ ਤਾਂ ਮਨ ਤੇ ਹੀ ਹੁੰਦੀ ਹੈ ਨਾ। ਮਹਾਂਪੁਰਖ ਆਪਣੇ ਮਨ ਨੂੰ ਜਿੱਤਦੇ ਨੇ। ਜਿਹੜੇ ਸੰਸਾਰੀ ਲੋਕ ਨੇ ਖੁੱਲਾ ਜੀਵਨ ਬਤੀਤ ਕਰਦੇ ਨੇ, ਪਰ ਮਹਾਂਪੁਰਖਾਂ ਦਾ ਆਪਣੇ ਜੀਵਨ ਤੇ ਕੰਟਰੋਲ ਹੁੰਦਾ ਹੈ। ਮਹਾਂਪੁਰਖ ਉਸ ਪਰਮਾਤਮਾ ਦੇ ਭਾਣੇ ਨੂੰ ਮੰਨਦੇ ਨੇ, ਨਾਮ ਨੂੰ ਜਪਦੇ ਨੇ, ਰਹਿਤ ਰੱਖਦੇ ਨੇ। ਉਹਨਾਂ ਦੇ ਕੋਲ ਗੁਣ ਹੁੰਦੇ ਹਨ, ਦਇਆ ਕਰਨੀ, ਨਿਮਰਤਾ ਰੱਖਣੀ, ਸਾਰਿਆਂ ਦੇ ਨਾਲ ਮੈਤਰੀ ਭਾਵ ਬਣਾ ਕੇ ਰੱਖਣਾ, ਸਾਰਿਆਂ ਨੂੰ ਚੰਗੇ ਰਸਤੇ ਪਾਉਣਾ, ਸਹਾਇਤਾ ਵੀ ਕਰਨੀ ਦੁੱਖ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ। ਜਦੋਂ ਮਨ ਜਿੱਤ ਲੈਣਾ ਕੀਤਾ, ਉਦੋਂ ਸਭ ਕੁਝ ਜਿੱਤਿਆ ਜਾਂਦਾ ਹੈ। ਮਨ ਹੀ ਕਹਿੰਦਾ ਨਾ ਮੇਰਾ, ਅਸੀਂ ਕਹਿੰਦੇ ਨੇ ਮੇਰਾ ਮਨ ਨਹੀਂ ਮੰਨਦਾ, ਬਈ ਮੇਰਾ ਹਜੇ ਮਨ ਨਹੀਂ ਮੰਨਦਾ। ਜਿੱਦਣ ਮਨ ਮੰਨ ਗਿਆ, ਉਦੋਂ ਦੇਖੋ ਕਿੰਨਾ ਕੁਝ ਹੈ ਭਾਈ ਸਾਡੇ ਕੋਲ। ਅਸੀਂ ਗੁਰੂ ਤੋਂ ਦਾਤਾ ਕਿਉਂ ਨਹੀਂ ਲੈ ਸਕਦੇ? ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠਿਆ ਜਾਂਦਾ? ਮਨ ਨਹੀਂ ਮੰਨਦਾ। ਅੰਮ੍ਰਿਤ ਕਿਉਂ ਨਹੀਂ ਛਕਿਆ ਜਾਂਦਾ? ਮਨ ਨਹੀਂ ਮੰਨਦਾ। ਬਾਣੀ ਕਿਉਂ ਨਹੀਂ ਪੜ੍ਹੀ ਜਾਂਦੀ? ਮਨ ਨਹੀਂ ਮੰਨਦਾ। ਰਹਿਤ ਨਹੀਂ ਰੱਖੀ ਜਾਂਦੀ? ਮਨ ਨਹੀਂ ਮੰਨਦਾ। ਹਰ ਚੀਜ਼ ਦੇ ਪਿੱਛੇ ਮਨ ਨਹੀਂ ਮੰਨਦਾ। ਪਰ ਜਿੱਥੇ ਮਨ ਮੰਨ ਗਿਆ, ਉੱਥੇ ਰਹਿਤ ਵੀ ਆ ਜਾਣੀ ਹੈ, ਉੱਥੇ ਅੰਮ੍ਰਿਤ ਵੀ ਆ ਜਾਏਗਾ, ਅੰਮ੍ਰਿਤ ਵੇਲਾ ਵੀ ਆ ਜਾਵੇਗਾ, ਸੰਗਤ ਵੀ ਆ ਜਾਵੇਗੀ, ਨਾਮ ਵੀ, ਸੇਵਾ, ਸਿਮਰਨ, ਇੰਨੀਆਂ ਦਾਤਾਂ ਆ ਜਾਂਦੀਆਂ ਨੇ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਕਹਿੰਦੇ ਮਨ ਮੰਨ ਗਿਆ ਤਾਂ ਪਰਮਾਤਮਾ ਨੂੰ ਹੀ ਜਾਣ ਲਿਆ ਬਸ। ਤੇ ਜਿਹਨੇ ਪਰਮਾਤਮਾ ਨੂੰ ਜਾਣ ਲਿਆ, ਉਹਦੇ ਕੋਲੋਂ ਕੁਝ ਦੂਰ ਹੋਵੇਗਾ? ਜਿਹਦੇ ਕੋਲੋਂ ਪਰਮਾਤਮਾ ਹੀ ਆ ਗਿਆ ਹੈ, ਉਹਦੇ ਕੋਲੋਂ ਕੁਝ ਦੂਰ ਹੋ ਸਕਦਾ? ਸਾਧ ਸੰਗਤ, ਹੁਣ ਭਗਤ ਕਬੀਰ ਜੀ ਦਾ ਪਰਮਾਤਮਾ ਤੇ ਮਨ ਮੰਨਿਆ ਸੀ, ਤੇ ਤਾਂ ਹੀ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਨਾ। ਜਗ ਸੰਪੂਰਨ ਐਵੇਂ ਥੋੜੀ ਹੋ ਗਿਆ। ਭਗਤ ਕਬੀਰ ਜੀ ਦੀ ਰੱਖਿਆ ਕੀਤੀ, ਸੰਗਲਾਂ ਨਾਲ ਬੰਨ੍ਹ ਕਰਕੇ ਭਗਤ ਜੀ ਨੂੰ ਗੰਗਾ ਵਿੱਚ ਸੁੱਟ ਦਿੱਤਾ। ਗੰਗਾ ਦੀਆਂ ਲਹਿਰਾਂ ਦੇ ਨਾਲ ਜੰਜੀਰਾਂ ਟੁੱਟ ਗਈਆਂ। ਭਗਤ ਜੀ ਨੂੰ ਇੱਕ ਗਠੜੀ ਵਿੱਚ ਬੰਨ੍ਹ ਕੇ ਹਾਥੀ ਅੱਗੇ ਸੁੱਟ ਦਿੱਤਾ। ਹੁਣ ਕਿਸੇ ਬੰਦੇ ਨੂੰ ਗਠੜੀ 'ਚ ਬੰਨ੍ਹ ਕੇ ਹਾਥੀ ਅੱਗੇ ਸੁੱਟ ਦੋ, ਹਾਥੀ ਤਾਂ ਮਸਲ ਦੂ ਨਾ, ਉਹਨੂੰ ਕੀ ਪਤਾ ਕੀ ਹੈ। ਪਰ ਭਗਤ ਕਬੀਰ ਜੀ ਨੂੰ ਜਦੋਂ ਕਾਜ਼ੀਆਂ ਨੇ ਗਠੜੀ 'ਚ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ ਨਾ, ਤੇ ਉਹ ਹਾਥੀ ਨਮਸਕਾਰਾਂ ਕਰੀ ਜਾਂਦਾ। ਹੁਣ ਤਾਂ ਪਤਾ ਹੀ ਨਹੀਂ ਸੀ ਵਿਚਾਰੇ ਨੂੰ, ਅਣਜਾਣ ਜੀਵ ਹੈ। ਕਹਿੰਦੇ ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। 3 ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੁ ਨਾ ਪਤੀਨਾ। ਕਾਜੀ ਨੂੰ ਸਮਝ ਨਹੀਂ ਪਈ ਵੀ ਹਾਥੀ ਜਿਹਨੂੰ ਨਮਸਕਾਰਾਂ ਕਰਦਾ ਹੈ, ਉਹ ਕੋਈ ਪਰਮਾਤਮਾ ਦਾ ਭਗਤ ਹੋਵੇਗਾ। ਕਹਿੰਦੇ ਕਾਜੀ ਨੇ 3 ਵਾਰ ਮੁਹਾਵਤ ਨੂੰ ਕਿਹਾ ਵੀ ਇਹਨੂੰ ਛੇਤੀ ਦਿਨ ਮਸਲ ਦੇ, ਇਹਨੇ ਬੜਾ ਤੰਗ ਕੀਤਾ ਸਾਨੂੰ ਕਬੀਰ ਨੇ, ਇਹਦਾ ਜਿਉਣ ਹੀ ਨਹੀਂ ਦਿੰਦਾ। ਪਰ ਕਹਿੰਦੇ ਹਾਥੀ ਝੰਗਾਰਾ ਮਾਰਦਾ ਹੋਇਆ ਜੰਗਲ ਵੱਲ ਭੱਜ ਗਿਆ। ਕਾਰਨ ਕੀ ਸੀ? ਕਿਉਂਕਿ ਕਬੀਰ ਦੇ ਮਨ ਵਿੱਚ ਉਹ ਪਰਮਾਤਮਾ ਹੈ ਤਾਂ ਸਾਰਿਆਂ ਦੇ ਮਨ ਵਿੱਚ, ਪਰ ਉੱਥੇ ਪ੍ਰਗਟ ਹੈ। ਸਾਧ ਸੰਗਤ, ਧਰਤੀ 'ਚ ਹਰ ਥਾਂ ਪਾਣੀ ਹੈ, ਪਰ ਜਿੱਥੇ ਪ੍ਰਗਟ ਹੁੰਦਾ ਹੈ, ਉੱਥੋਂ ਹੀ ਪਿਆਸ ਬੁਝਾ ਸਕਦੇ ਹਾਂ ਨਾ। ਜਿੱਥੇ ਪਾਣੀ ਪ੍ਰਗਟ ਹੋਵੇਗਾ, ਜਿੱਥੇ ਨਲਕਾ, ਕੋਈ ਖੂਹ, ਕੋਈ ਟਿਊਬਵੈੱਲ ਲੱਗਿਆ ਹੋਵੇਗਾ, ਉੱਥੋਂ ਹੀ ਅਸੀਂ ਪਿਆਸ ਬੁਝਾ ਸਕਦੇ ਹਾਂ। ਭਾਵੇਂ ਧਰਤੀ ਦੇ ਹਰ ਥਾਂ ਤੇ ਪਾਣੀ ਮੌਜੂਦ ਹੈ। ਇਸ ਤਰ੍ਹਾਂ ਜਿਸ ਹਿਰਦੇ ਵਿੱਚ ਉਹ ਰੱਬ ਵਾਹਿਗੁਰੂ ਪ੍ਰਗਟ ਹੁੰਦਾ ਹੈ, ਉੱਥੋਂ ਹੀ ਸਾਰੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਜੀ ਕਹਿੰਦੇ ਭਾਈ ਮਨ ਜੀਤੈ ਜਗ ਜੀਤ। ਜਿਹੜਾ ਆਪਣੇ ਮਨ ਨੂੰ ਵਸ ਕਰ ਲੈਂਦਾ ਹੈ, ਜਿੱਤ ਲੈਂਦਾ ਹੈ, ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ। ਮਨ ਨੂੰ ਜਿੱਤਣਾ ਹੈ ਵਿਕਾਰਾਂ ਵੱਲੋਂ, ਹਉਮੈ ਵੱਲੋਂ, ਮੋਹ ਮਾਇਆ ਵੱਲੋਂ। ਜਿਹੜਾ ਮਨ ਵਿੱਚ ਔਗਣ ਨੇ, ਉਹਨਾਂ ਵੱਲੋਂ ਜਿੱਤਣਾ ਹੈ। ਆਦੇਸ ਤਿਸੈ ਆਦੇਸ,
ਸਿੱਧ ਕਹਿਣ ਲੱਗੇ, ਮਹਾਰਾਜ ਤੁਸੀਂ ਕਿਸ ਨੂੰ ਨਮਸਕਾਰ ਕਰਦੇ ਹੋ? ਸਤਿਗੁਰੂ ਜੀ ਕਹਿੰਦੇ, ਅਸੀਂ ਉਸ ਵਾਹਿਗੁਰੂ ਦੇ ਤਾਈਂ ਨਮਸਕਾਰ ਕਰਦੇ ਹਾਂ। ਸਾਡੀ ਨਮਸਕਾਰ, ਆਦੇਸ਼ ਦਾ ਅਰਥ ਹੈ ਨਮਸਕਾਰ, ਉਸ ਵਾਹਿਗੁਰੂ ਦੇ ਤਾਈਂ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਆਦ ਸਮੇਂ ਤੋਂ ਹੈ, ਮੁੱਢ ਤੋਂ। ਅਨੀਲ ਜਿਹੜਾ ਤੱਤਾਂ ਤੋਂ ਪਰੇ ਹੈ। ਅਨੀਲ ਕਹਿੰਦੇ ਨੇ ਸਾਧ ਸੰਗਤ, ਜਿਵੇਂ ਨੀਲਾ ਆਕਾਸ਼ ਹੁੰਦਾ ਨਾ, ਇਸ ਤਰ੍ਹਾਂ ਆਕਾਸ਼ ਆਦਿਕ ਤੱਤਾਂ ਦੇ ਕਰਕੇ ਬਣਿਆ ਹੋਇਆ ਨਹੀਂ ਹੈ। ਉਹ ਇਹਨਾਂ ਤੋਂ ਪਰੇ ਹੈ, ਰੰਗਾ ਰੂਪਾਂ ਤੋਂ ਪਰੇ ਹੈ। ਅਨਾਦ, ਜਿਹਦਾ ਕੋਈ ਆਦ ਨਹੀਂ ਕਹਿ ਸਕਦਾ, ਉਹਦਾ ਕੋਈ ਆਦ ਨਹੀਂ ਜਾਣ ਸਕਦਾ। ਅਨਾਹਤ, ਜਿਸਦੀ ਜੋ ਅਨਾਹਤ ਸ਼ਬਦ ਦੀ ਧੁਨੀ ਮਹਾਰਾਜ ਕਹਿੰਦੇ ਹੱਥ ਤੋਂ ਪਰੇ ਹੈ। ਜਿਵੇਂ ਆਹਤ ਧੁਨੀ ਹੁੰਦੀ ਹੈ ਨਾ, ਆਹਤ, ਕਿਸੇ ਢੋਲ ਨੂੰ ਡੰਕਾ ਮਾਰੀਏ ਆਵਾਜ਼ ਨਿਕਲਦੀ ਹੈ, ਸ਼ੰਖ ਵਿੱਚ ਫੂਕ ਮਾਰੀਏ ਆਵਾਜ਼ ਨਿਕਲਦੀ ਹੈ। ਇਹ ਆਹਤ ਧੁਨੀਆਂ ਹੁੰਦੀਆਂ ਨੇ। ਜਿਹੜੀ ਆਪਣੇ ਆਪ ਆਵਾਜ਼ ਚੱਲਦੀ ਰਹੇ, ਸਾਰਿਆਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਚੇਤਨ ਸੱਤਾ ਪਾ ਕਰਕੇ ਆਪਣੇ ਆਪ ਹੀ ਹਰਕਤ ਕਰੀ ਜਾਂਦੇ, ਸਵਾਸ ਆਪਣੇ ਆਪ ਚੱਲੀ ਜਾਂਦੇ, ਅੰਦਰੋਂ ਸ਼ਬਦ ਪ੍ਰਗਟ ਹੁੰਦਾ ਹੈ। ਇਹ ਅਨਾਹਤ ਧੁਨੀ ਹੈ। ਉਹ ਹੱਦ ਤੋਂ ਪਰੇ ਹੈ, ਨਾਸ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਉਹਦਾ ਇੱਕੋ ਹੀ ਵੇਸ ਹੈ। ਉਹੀ ਮਹਾਰਾਜ ਕਹਿੰਦੇ ਸਾਨੂੰ ਪ੍ਰਾਪਤ ਹੋਇਆ। ਸਾਨੂੰ ਕੋਈ ਜੋਗ ਮਤ ਧਾਰਨ ਦੀ ਲੋੜ ਨਹੀਂ ਹੈ। ਇਹ ਸਰੀਰ ਦੇ ਚਿੰਨ੍ਹ ਬਣਾਉਣ ਦੀ ਲੋੜ ਨਹੀਂ। ਦੇਖੋ ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਮਨ ਨੂੰ ਜਿੱਤਣ ਦੀ ਸਿੱਖਿਆ ਵੀ ਦਿੱਤੀ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨ ਦੀ, ਜੁੜਨ ਦੀ ਸਿੱਖਿਆ ਵੀ ਦਿੱਤੀ ਹੈ। ਔਰ ਮਹਾਰਾਜ ਕਹਿੰਦੇ ਜੇ ਤੂੰ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਪ੍ਰਾਪਤ ਕਰਨਾ, ਉਸ ਵਾਹਿਗੁਰੂ ਦਾ ਜੁਗਾਂ ਜੁਗਾਂ ਵਿੱਚੋਂ ਇੱਕੋ ਹੀ ਵੇਸ ਹੈ ਕਿ ਉਹ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਉਹ ਪਰਮਾਤਮਾ ਸਦਾ ਸੱਚ ਹੈ। ਇਹ ਸਤਿਗੁਰਾਂ ਨੇ ਸਾਨੂੰ 28ਵੀਂ ਪੌੜੀ ਅੰਦਰ ਉਪਦੇਸ਼ ਬਖਸ਼ਿਆ ਹੈ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।